ਹੈਲੋ एवरीवन ਵੈਲਕਮ ਬੈਕ ਟੂ ਯਰ ਔਨ ਚੈਨਲ ਸਾਇੰਟੀਆ। ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਐਂਡ ਤੁਹਾਡੀ ਪ੍ਰੀਪਰੇਸ਼ਨ ਬਹੁਤ ਵਧੀਆ ਚੱਲ ਰਹੀ ਹੋਊਗੀ। ਹਾਂਜੀ, ਅੱਜ ਆਪਾਂ ਜੋ ਨੈਕਸਟ ਚੈਪਟਰ ਹੈ ਸਾਇੰਸ ਦਾ ਫੋਰਸ ਐਂਡ ਨਿਊਟਨਸ ਲਾ, ਉਸ ਨੂੰ ਸਟਾਰਟ ਕਰਾਂਗੇ। ਪਾਰਟ 1 ਰਹਿਣ ਵਾਲਾ ਹੈ। ਪੀਟੈਟ ਐਗਜ਼ਾਮ ਦੇ ਵਿੱਚ ਮੈਂਸ਼ਨ ਐਂਡ ਕੁਐਸਚਨਸ ਆ ਜਾਂਦੇ 2 to 3, ਸੋ ਧਿਆਨ ਨਾਲ ਕਰਿਓ। ਕਲੀਅਰ ਹੈ ਜੀ। ਐਂਡ ਆਈ ਹੋਪ ਤੁਸੀਂ ਕੱਲ੍ਹ ਵਾਲੇ MCQ ਸੋਲਵ ਕਰ ਚੁੱਕੇ ਹੋਵੋਗੇ। ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਫੋਰਸ ਹੁੰਦੀ ਕੀ ਹੈ? ਪੰਜਾਬੀ ਦੇ ਵਿੱਚ ਕੀ ਕਹਿ ਦਿੰਦੇ ਆਪਾਂ ਇਹਨੂੰ? ਬਲ। ਦੇਖੋ ਇਹ ਕੀ ਹੈ, ਅਗਰ ਆਪਾਂ ਗੱਲ ਕਰੀਏ ਮੇਨਲੀ ਇਹਦੇ ਵਿੱਚ ਦੋ ਵਰਡਸ ਡਿਸਕਰਾਈਬ ਹੁੰਦੇ ਆ ਫੋਰਸ ਦੇ ਵਿੱਚ, ਪੁਸ਼ ਔਰ ਪੁਲ। ਪੁਸ਼ ਦਾ ਮਤਲਬ ਧਕੇਲਣਾ, ਪੁਲ ਦਾ ਮਤਲਬ ਖਿੱਚਣਾ। ਕਿਸੇ ਚੀਜ਼ ਨੂੰ ਧੱਕਾ ਲਗਾਉਣਾ ਜਾਂ ਕਿਸੇ ਚੀਜ਼ ਨੂੰ ਖਿੱਚਣਾ। ਜਿਵੇਂ ਆਪਾਂ ਡੋਰ ਨੂੰ, ਦਰਵਾਜ਼ੇ ਨੂੰ ਪੁਸ਼ ਕਰਦੇ ਹਾਂ ਖੋਲ੍ਹਣ ਦੇ ਲਈ, ਕੋਈ ਰੱਸੀ ਹੈ ਰੋਪ ਨੂੰ ਖਿੱਚਦੇ ਹਾਂ ਜੇ ਤਾਂ ਉਹਨੂੰ ਤੋੜਨਾ ਵਗੈਰਾ ਹੋਵੇ ਜਾਂ ਟੱਕ ਕਰਨਾ ਹੋਵੇ, ਠੀਕ ਹੈ। ਤਾਂ ਫੋਰਸ ਨਾਲ ਕੀ ਹੈ, ਆਪਾਂ ਓਬਜੈਕਟ ਦੀ ਮੋਸ਼ਨ ਨੂੰ ਚੇਂਜ ਕਰ ਸਕਦੇ ਹਾਂ, ਮੂਵਮੈਂਟ ਚੇਂਜ ਕਰ ਸਕਦੇ ਹਾਂ, ਜਾਂ ਤਾਂ ਉਹਨੂੰ ਬਹੁਤ ਜ਼ਿਆਦਾ ਤੇਜ਼ ਕਰ ਸਕਦੇ ਹਾਂ ਜਾਂ ਬਹੁਤ ਜ਼ਿਆਦਾ ਸਲੋ ਕਰ ਸਕਦੇ ਹਾਂ। ਤਾਂ ਜਿਵੇਂ ਰਬੜ ਬੈਂਡ ਹੈ ਆਪਣਾ, ਉਹਨੂੰ ਆਪਾਂ ਕੀ ਕਰ ਸਕਦੇ ਹਾਂ? ਖਿੱਚ ਸਕਦੇ ਹਾਂ, ਸਟਰੈਚ ਕਰ ਸਕਦੇ ਹਾਂ। ਇਹ ਵੀ ਕਿਹਦੇ 'ਚ ਆ ਜਾਂਦਾ? ਕਿਸ 'ਚ ਆ ਜਾਂਦਾ? ਇਹ ਫੋਰਸ ਦੇ ਵਿੱਚ ਆ ਜਾਂਦਾ, ਕਿਉਂਕਿ ਆਪਾਂ ਕੀ ਕਰ ਰਹੇ ਹਾਂ? ਉਸ ਨੂੰ ਕੀ ਕਰ ਰਹੇ ਹਾਂ? ਖਿੱਚ ਰਹੇ ਹਾਂ। ਉਹਦੀ ਕੀ ਹੈ? ਪੋਜੀਸ਼ਨ ਯੂ ਡਾਇਰੈਕਸ਼ਨ ਨੂੰ ਚੇਂਜ ਕਰ ਰਿਹਾ, ਉਹਨੂੰ ਫੋਰਸ ਕਹਿ ਦਿੰਦੇ ਹਾਂ। ਇਫੈਕਟ ਪੜ੍ਹਦੇ ਆ ਫੋਰਸ ਦੇ, ਕੀ ਕੀ ਪ੍ਰਭਾਵ ਨੇ। ਇਫੈਕਟ ਆਫ ਫੋਰਸ। ਫਸਟ, ਫੋਰਸ ਦੀ ਮਦਦ ਨਾਲ, ਮਤਲਬ ਬਲ ਦੀ ਮਦਦ ਨਾਲ ਆਪਾਂ ਸਟੇਸ਼ਨਰੀ ਜਿਹੜੀ ਰੈਸਟ 'ਤੇ ਓਬਜੈਕਟ ਪਈ ਹੈ ਉਹਨੂੰ ਮੂਵ ਕਰਵਾ ਸਕਦੇ ਹਾਂ। ਇਹਨੂੰ ਕੀ ਕਰਵਾ ਸਕਦੇ ਹਾਂ? ਮੂਵ ਕਰਵਾ ਸਕਦੇ ਹਾਂ, ਠੀਕ ਹੈ। ਕਿਵੇਂ? ਜਿਵੇਂ ਆ ਕੋਈ ਟੇਬਲ ਪਿਆ, ਇਸ 'ਤੇ ਮੈਂ ਫੋਰਸ ਲਗਾਈ, ਠੀਕ ਹੈ, ਕੋਈ ਵੀ ਪਰਸਨ ਨੇ ਫੋਰਸ ਲਗਾਈ, ਇਹ ਟੇਬਲ ਇੱਥੇ ਦੀ ਇੱਥੇ ਹੋ ਗਿਆ। ਆਪਾਂ ਘਰਾਂ ਦੇ ਵਿੱਚ ਮੂਵਮੈਂਟ ਕਰਵਾ, ਪੋਜੀਸ਼ਨ ਚੇਂਜ ਕਰਵਾਉਂਦੇ ਰਹਿੰਦੇ ਹਾਂ। ਇਹ ਕੀ ਹੋ ਗਈ? ਫੋਰਸ। ਕਿ ਇਹ ਰੈਸਟ 'ਤੇ ਪਿਆ ਸੀ, ਇਸ 'ਤੇ ਜਦੋਂ ਫੋਰਸ ਆਪਾਂ ਨੇ ਏ ਨੇ ਅਪਲਾਈ ਕੀਤੀ ਤਾਂ ਉਹ ਕਿੱਥੇ ਆ ਗਿਆ? ਪੋਜੀਸ਼ਨ B 'ਤੇ। ਕਲੀਅਰ। ਨੈਕਸਟ ਅਗਰ ਮੈਂ ਗੱਲ ਕਰਾਂ, ਫੋਰਸ ਦੇ ਨਾਲ ਤੁਸੀਂ ਅਗਰ ਕੋਈ ਓਬਜੈਕਟ ਮੂਵ ਕਰ ਰਿਹਾ, ਇਸ ਨੂੰ ਸਟਾਪ ਵੀ ਕਰਵਾ ਸਕਦੇ ਹੋ, ਠੀਕ ਹੈ ਜੀ। ਜਿਵੇਂ ਕੋਈ ਬੋਲ ਹੈ, ਉਹ ਰੋਲ ਕਰ ਰਹੀ ਹੈ ਔਨ ਅ ਫਲੋਰ, ਤਾਂ ਤੁਸੀਂ ਉਹਨੂੰ ਰੋਕਣਾ। ਤਾਂ ਤੁਸੀਂ ਮੰਨ ਲਓ ਆ ਬੋਲ ਹੈ, ਇੱਧਰ ਰਿੜ ਰਹੀ ਹੈ, ਤਾਂ ਇਹਦੀ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆਪਾਂ ਕੀ ਅਪਲਾਈ ਕਰਾਂਗੇ? ਫੋਰਸ ਲਗਾਵਾਂਗੇ, ਜਿਸ ਨਾਲ ਬੋਲ ਕੀ ਹੋ ਜੂਗੀ? ਸਟੋਪ ਹੋ ਜੂਗੀ। ਪਹਿਲਾਂ ਹੌਲੀ ਹੋਗੀ, ਹੌਲੀ ਹੁੰਦੀ ਸਟੋਪ ਹੋ ਜੂਗੀ, ਠੀਕ ਹੈ। ਇਵੈਂਚੁਅਲੀ ਉਹਨੇ ਸਟੋਪ ਹੋ ਜਾਣਾ। ਨੈਕਸਟ ਆਪਾਂ ਗੱਲ ਕਰਾਂਗੇ ਥਰਡ ਪੁਆਇੰਟ ਦੀ। ਫੋਰਸ ਨਾਲ ਕੀ ਹੈ? ਸ਼ੇਪ ਚੇਂਜ ਹੋ ਜਾਂਦੀ ਹੈ ਬਾਡੀ ਦੀ। ਜਿਵੇਂ ਆਪਾਂ ਬੈਲੂਨ ਨੂੰ ਏਅਰ ਭਰਦੇ ਹਾਂ, ਉਹਦੀ ਸ਼ੇਪ ਚੇਂਜ ਹੋ ਜਾਂਦੀ ਹੈ। ਕਲੀਅਰ। ਜਾਂ ਫਿਰ ਇੱਕ ਸਪੌਂਜ ਨੂੰ ਸਕੁਈਜ਼ ਕਰਦੇ ਹਾਂ, ਉਹਨੂੰ ਦਬਾਉਂਦੇ ਹਾਂ, ਤਾਂ ਵੀ ਉਸਦੀ ਕੀ ਹੈ? ਆਪਣੇ ਕੋਲ ਸ਼ੇਪ ਚੇਂਜ ਹੋ ਜਾਂਦੀ ਹੈ, ਕਿਉਂਕਿ ਉਸ 'ਤੇ ਆਪਾਂ ਕੀ ਲਗਾਤੀ? ਫੋਰਸ ਲਗਾਤੀ। ਫੋਰਥ ਪੁਆਇੰਟ ਦੀ ਅਗਰ ਗੱਲ ਕਰਾਂ ਤਾਂ ਫੋਰਸ ਦੇ ਨਾਲ ਕੀ ਆਪਾਂ ਮੋਸ਼ਨ ਦਾ ਡਾਇਰੈਕਸ਼ਨ ਚੇਂਜ ਕਰ ਸਕਦੇ ਹਾਂ। ਮੀਨਸ ਡਾਇਰੈਕਸ਼ਨ ਚੇਂਜ ਕਰਨ ਦੇ ਵਿੱਚ ਵੀ ਕੀ ਹੈ? ਹੈਲਪਫੁਲ ਹੈ। ਜਿਵੇਂ ਆਪਾਂ ਜਦੋਂ ਫੁੱਟਬਾਲ ਖੇਡਦੇ ਹਾਂ ਤਾਂ ਆਪਾਂ ਕਿੱਕ ਕਰਕੇ ਉਸ ਦੀ ਡਾਇਰੈਕਸ਼ਨ ਈਜ਼ਲੀ ਚੇਂਜ ਕਰ ਦਿੰਦੇ ਹਾਂ। ਕਲੀਅਰ, ਠੀਕ ਹੈ ਜੀ। ਅਤੇ ਪੁਸ਼ ਦੀਆਂ ਤਾਂ ਕਾਫੀ ਸਾਰੀ ਐਗਜ਼ਾਮਪਲ ਹੋ ਗਿਆ। ਪੁੱਲ ਦੀ ਜਿਵੇਂ ਰੋਪ ਖਿੱਚਣਾ, ਡਰੋਰ ਖਿੱਚਣਾ, ਆਪਾਂ ਡਰੋਰ ਨੂੰ ਬਾਹਰ ਨਿਕਾਲਦੇ ਹਾਂ, ਠੀਕ ਹੈ। ਡਰੋਰ ਵੀ ਇਸ ਦੀ ਐਗਜ਼ਾਮਪਲ ਹੈ। ਵਿੰਡੋ ਕਰਟਨਸ, ਇਸ ਤੋਂ ਇਲਾਵਾ ਰੋਪਸ, ਰੱਸੀਆਂ ਨੂੰ ਪੁੱਲ ਕਰਨਾ,
ਜਾਂ ਗਿਟਾਰ ਦੀ ਜੋ ਸਟ੍ਰਿੰਗਸ ਹੁੰਦੀਆਂ, ਤਾਰਾਂ ਹੁੰਦੀਆਂ ਨੇ, ਸਟ੍ਰਿੰਗ ਹੀ ਕਹਿੰਦੇ ਆ ਹਾਂਜੀ, ਉਸਨੂੰ ਵਜਾਉਣਾ, ਪਲੱਕ ਕਰਨਾ, ਉਹ ਵੀ ਕਿਹਦੇ 'ਚ ਆ ਜਾਂਦਾ, ਪੁੱਲ ਦੇ ਵਿੱਚ ਆ ਜਾਂਦਾ। ਅੱਗੇ ਫੋਰਸਿਸ ਦੀਆਂ ਦੋ ਟਾਈਪਸ ਨੇ, ਬੈਲੈਂਸ ਫੋਰਸ ਤੇ ਅਨਬੈਲੈਂਸ ਫੋਰਸ। ਬੈਲੈਂਸ ਫੋਰਸ, ਬੈਲੈਂਸ ਫੋਰਸ ਕੀ ਹੁੰਦੀ ਹੈ ਦੇਖੋ, ਸਭ ਤੋਂ ਪਹਿਲਾਂ ਅਗਲੇ ਤੇ ਕਰਦੇ ਹਾਂ ਬੈਲੈਂਸ ਫੋਰਸ। ਜਦੋਂ ਇਕੁਅਲ ਫੋਰਸ ਐਕਟ ਹੋਵੇ, ਬਰਾਬਰ ਦੀ ਫੋਰਸ ਇਨ ਓਪੋਜ਼ਿਟ ਡਾਇਰੈਕਸ਼ਨ, ਮਤਲਬ ਇੱਕ ਸਾਈਡ ਤੋਂ ਜਿੰਨੀ ਲੱਗ ਰਹੀ ਆ ਓਨੀ ਹੀ ਦੂਸਰੀ ਸਾਈਡ ਤੋਂ ਲੱਗੇ, ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਬੈਲੈਂਸਡ ਫੋਰਸ ਕਹਿ ਦਿੰਦੇ ਹਾਂ। ਠੀਕ ਹੈ, ਤਾਂ ਮਤਲਬ ਉਹਨਾਂ ਦਾ ਜਿਹੜਾ ਨੈਟ ਇਫੈਕਟ ਹੋਊਗਾ ਉਹ ਕੀ ਰਹੂਗਾ, ਜ਼ੀਰੋ। ਨੈਟ ਇਫੈਕਟ ਕੀ ਹੋ ਜਾਊਗਾ, ਜ਼ੀਰੋ, ਮਤਲਬ ਉਹਦੀ ਪੋਜੀਸ਼ਨ ਚੇਂਜ ਨਹੀਂ ਹੋਊਗੀ, ਉਹ ਸੇਮ ਹੋਊਗੀ। ਠੀਕ ਹੈ, ਕਲੀਅਰ। ਇਹਦੇ ਨਾਲ ਕੀ ਆ, ਮੋਸ਼ਨ ਵੀ ਚੇਂਜ ਨਹੀਂ ਹੋਊਗਾ, ਡਜ਼ਨਟ ਚੇਂਜ ਇਨ ਮੋਸ਼ਨ। ਜਿਵੇਂ ਆਪਾਂ ਉਹ ਰੱਸੀ ਖਿੱਚਣ ਵਾਲੀ ਗੇਮ ਖੇਲਦੇ ਹੁੰਦੇ ਆ ਨਾ, ਆ ਤਿੰਨ ਜਿਵੇਂ ਇੱਧਰ ਖੜੇ, 3 ਪਰਸਨ ਇੱਧਰ ਖੜੇ, ABCDEF, ਦੋਨੋਂ ਆਪਣੀ ਆਪਣੀ ਤਰਫ ਕੀ ਲਗਾ ਰਹੇ ਨੇ, ਫੋਰਸ ਲਗਾ ਰਹੇ ਨੇ। ਇਹ ਇੱਧਰ ਲਗਾ ਰਹੇ ਆ, ਇੱਧਰ ਲਗਾ ਰਹੇ, ਪਰ ਤਿੰਨਾਂ ਦੇ ਵਿੱਚ ਕੀ ਹੈ, ਬਲ ਸਟਰੈਂਥ ਇਕੁਅਲ ਹੈ। ਇੱਧਰ ਵੀ 500 ਨਿਊਟਨ ਲੱਗ ਰਹੀ ਹੈ, ਇਸ ਸਾਈਡ ਵੀ 500 ਨਿਊਟਨ। ਪਤਾ ਨਾ ਫੋਰਸ ਦੀ SI ਯੂਨਿਟ ਨਿਊਟਨ ਹੁੰਦੀ ਹੈ, ਕਲੀਅਰ। ਤਾਂ ਮੈंने ਨਿਊਟਨ ਲਿਖਿਆ। ਤਾਂ ਇਹ ਕੀ ਹੋਊਗੀ, ਨੈਟ ਫੋਰਸ ਕਿੰਨੀ ਹੋ ਜੂਗੀ ਇੱਥੇ, ਜ਼ੀਰੋ। ਤਾਂ ਇਹ ਰੋਪ ਚੇਂਜ ਹੀ ਨਹੀਂ ਕਰੂ, ਉੱਥੇ ਹੀ ਖੜਿਆ ਰਹੂਗਾ। ਠੀਕ ਹੈ ਜੀ, ਮੀਨਸ ਓਵਰਆਲ ਜੋ ਫੋਰਸ ਲੱਗ ਰਹੀ ਹੈ ਦੋਨਾਂ ਦੁਆਰਾ, ਉਹ ਕੀ ਹੈ, ਮਤਲਬ ਬੈਲੈਂਸ ਹੀ ਰਹੂਗੀ, ਉਹ ਚੇਂਜ ਹੀ ਨਹੀਂ ਹੋਊਗੀ, ਨੈਟ ਫੋਰਸ ਜ਼ੀਰੋ ਹੋ ਜੂਗੀ। ਠੀਕ ਹੈ ਜੀ, ਨੈਕਸਟ ਦੇਖਾਂਗੇ ਅਨਬੈਲੈਂਸ ਫੋਰਸ। ਅਨਬੈਲੈਂਸ ਫੋਰਸ ਦਾ ਮਤਲਬ ਹੈ ਜਿਹੜੇ ਇੱਕ ਦੂਜੇ ਨੂੰ ਕੈਂਸਲ ਨਾ ਕਰ ਪਾਉਣ, ਜਿਵੇਂ ਪਿਛਲੇ ਕੇਸ 'ਚ ਤਾਂ ਕੈਂਸਲ ਹੋ ਗਿਆ ਸੀ। ਕਲੀਅਰ। ਜਿਵੇਂ ਆਪਾਂ ਗੱਲ ਕਰੀਏ, ਇਹਦੇ ਨਾਲ ਸਪੀਡ ਚੇਂਜ ਕਰਨਾ, ਡਾਇਰੈਕਸ਼ਨ ਚੇਂਜ ਹੋ ਜਾਂਦੀ ਹੈ। ਅਨਬੈਲੈਂਸ ਫੋਰਸ ਹਮੇਸ਼ਾ ਜਿੱਧਰ ਸਟਰੋਂਗਰ ਫੋਰਸ ਹੋਊਗੀ ਉਸ ਸਾਈਡ ਮੂਵ ਕਰੂਗੀ। ਐਗਜ਼ਾਮਪਲ ਨਾਲ ਸਮਝਦੇ ਹਾਂ, ਜਿਵੇਂ ਉਹੀ ਵਾਲੀ ਗੇਮ ਲੈ ਲੈਂਦੇ ਹਾਂ, ਇੱਧਰ ABC ਨੇ, ਇੱਧਰ DEF 3 ਪਰਸਨ ਨੇ, ਇਹਨਾਂ ਨੇ ਆਪਣੀ ਫੋਰਸ ਲਗਾਈ, ਇਹਨਾਂ ਨੇ ਆਪਣੀ, ਬਟ ABC ਨੇ ਲਗਾਈ 300 ਨਿਊਟਨ ਐਂਡ DEF ਨੇ ਲਗਾਈ 400 ਨਿਊਟਨ। ਤਾਂ ਇਹਦਾ ਮਤਲਬ DEF ਨੇ ਜੋ ਇਹਨਾਂ ਦੀ ਫੋਰਸ ਜ਼ਿਆਦਾ ਹੈ, ਤਾਂ ਵਿਨ ਕੌਣ ਹੋਊਗਾ, ਇਹ ਆਪਣੀ ਤਰਫ ਕੀ ਹੈ, ਖਿੱਚ ਲੈਣਗੇ, ਕੈਂਸਲ ਨਹੀਂ ਹੋਣ ਦੇਣਗੇ। ਠੀਕ ਹੈ ਜੀ, ਇਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਅਨਬੈਲੈਂਸਡ ਫੋਰਸ ਕਹਿ ਦਿੰਦੇ ਹਾਂ। ਨੈਕਸਟ ਗੱਲ ਕਰਾਂਗੇ ਫ੍ਰਿਕਸ਼ਨਲ ਫੋਰਸ ਦੀ। ਫ੍ਰਿਕਸ਼ਨਲ ਫੋਰਸ, ਫ੍ਰਿਕਸ਼ਨ ਇੱਕ ਫੋਰਸ ਹੈ ਜੋ ਅਪੋਜ਼ ਕਰਦੀ ਹੈ ਮੋਸ਼ਨ ਦਾ, ਮਤਲਬ ਜਿਹੜੀ ਇੱਕ ਦੂਜੇ ਦੇ ਕੰਟੈਕਟ ਦੇ ਵਿੱਚ ਹੋਵੇ, ਸੰਪਰਕ ਦੇ ਵਿੱਚ ਹੋਵੇ। ਠੀਕ ਹੈ, ਮੇਨਲੀ ਫ੍ਰਿਕਸ਼ਨ ਇੱਕ ਫੋਰਸ ਹੁੰਦੀ ਹੈ ਜੋ ਅਪੋਜ਼ ਕਰਦੀ ਹੈ, ਉਲਟ ਕੰਮ ਕਰਦੀ ਹੈ ਕਿਸ ਦੀ, ਉਹਦੇ ਰਿਲੇਟਿਵ ਮੋਸ਼ਨ ਦੇ। ਜਿਹੜੀ ਕੀ ਹੈ, ਓਬਜੈਕਟ ਕੀ ਹੈ, ਇੱਕ ਦੂਜੇ ਦੇ ਕੀ ਹੁੰਦੇ ਨੇ, ਸੰਪਰਕ ਦੇ ਵਿੱਚ, ਕੰਟੈਕਟ ਦੇ ਵਿੱਚ ਹੁੰਦੇ ਆ। ਠੀਕ ਹੈ ਜੀ, ਜਿਵੇਂ
कोई भी सरफेस आ मान लो सरफेस है ये उपर ही एक होर सरफेस एक दूजे नाल रगड़ कर रही ने रब कर रही ने ठीक है तो इत्थे फ्रिक्शन एक्ट करूगा तो रजिस्ट करूगा उन्होंने मोशन नूं ठीक है जिमें हैवी कोई भी टेबल है ਉਹਨੂੰ ਆਪਾਂ ਜ਼ਮੀਨ 'ਤੇ ਰੱਖਿਆ ਹੋਇਆ ਹੈ। ਆ ਟੇਬਲ ਹੈ ਆ ਨੀਚੇ ਕੀ ਹੈ ਇੱਕ ਫਰਸ਼ ਹੈ ਫਲੋਰ ਠੀਕ ਹੈ ਜੀ। ਹੁਣ ਜਦੋਂ ਟੇਬਲ ਅੱਗੇ ਨੂੰ ਜਾ ਰਿਹਾ ਤਾਂ ਕੀ ਹੈ ਜਿਹੜਾ ਫਲੋਰ ਹੈ ਉਹ ਇਹਦਾ ਕੀ ਕਰੂਗਾ ਅਪੋਜ਼ ਕਰੂਗਾ ਟੇਬਲ ਦਾ ਜਿਹਦੇ ਕਰਕੇ ਜੇ ਹੈਵੀ ਟੇਬਲ ਹੈ ਤਾਂ ਇਸ ਨੂੰ ਹਿਲਾਉਣਾ ਕੀ ਹੋ ਜਾਂਦਾ ਮੁਸ਼ਕਿਲ ਆਪਾਂ ਨੂੰ ਜ਼ਿਆਦਾ ਸਟਰੈਂਥ ਲਗਾਉਣੀ ਪੈਂਦੀ ਹੈ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਫ੍ਰਿਕਸ਼ਨਲ ਫੋਰਸ ਕਹਿ ਦਿੰਦੇ ਹਾਂ। ਕਲੀਅਰ। ਨੈਕਸਟ ਕਰਾਂਗੇ ਫਸਟ ਲਾ ਆਫ ਮੋਸ਼ਨ ਜਿਹਨੂੰ ਨਿਊਟਨਸ ਫਸਟ ਲਾ ਵੀ ਕਹਿ ਦਿੰਦੇ। ਇਹਨੂੰ ਹੋਰ ਕੀ ਕਿਹਾ ਜਾਂਦਾ ਲਾ ਆਫ ਇਨਰਸ਼ੀਆ ਵੀ ਕਿਹਾ ਜਾਂਦਾ। ਇਸ ਦੇ ਵਿੱਚ ਕੀ ਸੀ ਕਹਿੰਦੇ ਅਗਰ ਕੋਈ ਓਬਜੈਕਟ ਰੈਸਟ 'ਤੇ ਹੈ ਤਾਂ ਉਹ ਰੈਸਟ 'ਤੇ ਹੀ ਰਹੂਗੀ ਅਗਰ ਕੋਈ ਓਬਜੈਕਟ ਕੰਟੀਨਿਊਸਲੀ ਮੂਵ ਕਰ ਰਹੀ ਹੈ ਤਾਂ ਉਹ ਮੂਵ ਵੀ ਕਰਦੀ ਰਹੂ ਮੂਵਿੰਗ ਹੁੰਦੀ ਰਹੂਗੀ ਉਹਦੀ ਸਟ੍ਰੇਟ ਲਾਈਨ ਦੇ ਵਿੱਚ ਅਨਲੈਸ ਕਦੋਂ ਤੱਕ ਜਦੋਂ ਤੱਕ ਆਪਾਂ ਇਹਨਾਂ ਦੋਨਾਂ 'ਤੇ ਕੋਈ ਵੀ ਐਕਸਟਰਨਲ ਬਾਹਰੀ ਫੋਰਸ ਅਪਲਾਈ ਨਹੀਂ ਕਰਦੇ। ਘਰ ਟੇਬਲ ਪਿਆ ਉਹ ਉੱਦਾਂ ਹੀ ਪਿਆ ਰਹੂਗਾ ਉਸ ਜਗ੍ਹਾ ਹੀ ਪਿਆ ਰਹੂਗਾ ਜਿੰਨੇ ਤੱਕ ਆਪਾਂ ਉਸ 'ਤੇ ਫੋਰਸ ਲਗਾ ਕੇ ਉਸ ਟੇਬਲ ਦੀ ਜਗ੍ਹਾ ਚੇਂਜ ਨਹੀਂ ਕਰਦੇ ਠੀਕ ਹੈ ਜੀ। ਐਂਡ ਜਿਵੇਂ ਕਾਰ ਚੱਲ ਰਹੀ ਹੈ ਤਾਂ ਉਹ ਉਨੇ ਤੱਕ ਚੱਲੀ ਜਾਊਗੀ ਜਿੰਨੇ ਤੱਕ ਆਪਾਂ ਬ੍ਰੇਕ ਲਗਾ ਕੇ ਉਸ ਨੂੰ ਨਹੀਂ ਰੋਕਦੇ ਠੀਕ ਹੈ। ਕਲੀਅਰ। ਤਾਂ ਇਨਰਸ਼ੀਆ ਕੀ ਹੋਇਆ ਇਹਦੇ ਵਿੱਚ ਉਹ ਸਮਝਦੇ ਹਾਂ। ਇਨਰਸ਼ੀਆ ਦਾ ਮਤਲਬ ਹੈ ਇੱਕ ਟੈਂਡੈਂਸੀ ਹੋਣਾ ਇੱਕ ਇੱਦਾਂ ਦੀ ਮਤਲਬ ਪ੍ਰਿੰਸੀਪਲ ਟੈਂਡੈਂਸੀ ਲਗਾ ਲਓ ਆਬਜੈਕਟ ਦੀ ਟੂ ਰੈਜ਼ਿਸਟ ਚੇਂਜਿਸ ਇਨ ਇਟਸ ਸਟੇਟ ਆਫ ਮੋਸ਼ਨ ਮਤਲਬ ਇਨਰਸ਼ੀਆ ਦਾ ਮਤਲਬ ਹੈ ਕਿ ਕੋਈ ਵੀ ਆਬਜੈਕਟ ਦੀ ਜਿਹੜੀ ਸਟੇਟ ਹੈ ਮੋਸ਼ਨ ਦੀ ਉਹ ਰੈਸਟ 'ਤੇ ਹੈ ਜਾਂ ਮੂਵਮੈਂਟ 'ਤੇ ਹੈ ਉਹਦੇ ਵਿੱਚ ਜੋ ਚੇਂਜਿਸ ਲੈ ਕੇ ਆਉਣ ਦੇ ਵਿੱਚ मतलब हेल्प करना भी कह सकते हो है ना रजिस्ट करे रजिस्ट चेंजिस ਉਹਨੂੰ ਇਨਰਸ਼ੀਆ ਮਤਲਬ ਜਿੰਨੀ ਹੁਣ ਹੈਵੀ ਮਟੀਰੀਅਲ ਹੈ ਜਿੰਨਾ ਜ਼ਿਆਦਾ ਕੀ ਹੈ ਉਸਦਾ ਮਾਸ ਹੈ ਮੋਰ ਦਾ ਮਾਸ ਹੈਵ ਗ੍ਰੇਟਰ ਇਨਰਸ਼ੀਆ ਉਹਦਾ ਇਨਰਸ਼ੀਆ ਕੀ ਹੋਊਗਾ ਜ਼ਿਆਦਾ ठीक है। अगर लैस मास होगा तो लैस इनरशिया मतलब वो ज़्यादा रजिस्टेंस होगा ਉਹਦੀ पोजीशन चेंज करने के लिए ठीक है जी। क्लीयर। कोई भी हुण मान लो मैं तुहानूं दसदी आ फुटबॉल है ठीक है पई है इदां ही हुंदी है ना ब्लैक वाइट हुंदी है जिन्ने तक मैं इस ते बाहरली फोर्स पैर नहीं लाऊंगी तो यह की है अपनी मूव नहीं करूँगी उत्थे है बट जिमें ही मैंने इस नूं पैर ना मारिया किक किया मतलब तो ये किस च आ जूगी मोशन दे विच आ जूगी एक कॉन्सटेंट स्पीड दे नाल ते डायरैक्शन दे नाल ठीक है एक कॉन्सटेंट स्पीड एंड डायरैक्शन दे नाल एक इस दे विच आ गई मोशन दे विच आ गई उसनूं आपां की कह दिंदे आ इनरशिया या न्यूटन्स फस्ट लॉ ऑफ मोशन कह दिंदे आ ठीक है जी। क्लीयर। मतलब ये मेनली रोकती है भी अगर कोई रैसट ते पिया ऑब्जैक्ट तो रैसट ते ही रहूगा अगर वो मोशन दे विच है तो मोशन दे विच रहूगा उन्होंने इनरशिया कह दिंदे जो किस ते डिपेंड करता है मास ते डिपेंड करता है। इनरशिया का क्वेश्चन बन सकता है इनरशिया किस ते डिपेंड करता है मास ते ऑब्जैक्ट दे मास ते डिपेंड करता है ठीक है जी। क्लीयर। जिन्ना ज़्यादा मास होगा उन्ना ज़्यादा इनरशिया आ पॉइंट नोट कर लियो इंपॉर्टेंट है जिन्ना ज़्यादा मास उन्ना ज़्यादा इनरशिया ठीक है जी। हुण रशिया भी दो टाइप का हो जाता है इनरशिया ऑफ रैसट ठीक है जी। कोई भी ऑब्जैक्ट कहते अगर एट रैसट ते टेबल है
ਇਹ ਰੈਸਟ 'ਤੇ ਹੈ ਅਨਲੈਸ ਮੈਂ ਇਸ 'ਤੇ ਕੋਈ ਬਾਹਰੀ ਫੋਰਸ ਅਪਲਾਈ ਨਹੀਂ ਕਰਦੀ। ਠੀਕ ਹੈ ਜੀ। ਤਾਂ ਕਈ ਵਾਰ ਆਪਾਂ ਕਾਰ 'ਚ ਬੈਠੇ ਨੇ ਅਚਾਨਕ ਹੀ ਐਕਸਲੇਟ ਕਰ ਦਈਏ ਕਾਰ ਨੂੰ, ਗੱਡੀ ਨੂੰ, ਤਾਂ ਆਪਾਂ ਪਿੱਛੇ ਨੂੰ ਧੱਕਾ ਲੱਗਦਾ। ਬੱਸਿਸ ਦੇ ਵਿੱਚ ਵੀ ਹੁੰਦਾ। ਤਾਂ ਇਹਦਾ ਮਤਲਬ ਕੀ ਹੈ, ਆਪਣੀ ਜਿਹੜੀ ਬੋਡੀ ਸੀ ਨਾ ਉਹ ਰੈਸਟ ਪੋਜੀਸ਼ਨ 'ਤੇ ਸੀ। ਠੀਕ ਹੈ। ਪਰ ਜਿਵੇਂ ਹੀ ਆਪਾਂ ਨੇ ਉਹਦਾ ਐਕਸਲੇਸ਼ਨ ਚੇਂਜ ਕੀਤਾ ਤਾਂ ਉਹਦੇ ਨਾਲ ਕੀ ਹੈ, ਆਪਣੀ ਬੋਡੀ ਤਾਂ ਉੱਥੇ ਹੀ ਰਹਿਣਾ ਚਾਹੁੰਦੀ ਹੈ। ਤਾਂ ਅਚਾਨਕ ਕੀ ਹੁੰਦਾ, ਆਪਣੀ ਮੋਸ਼ਨ ਚੇਂਜ ਆ ਜਾਂਦਾ, ਮਤਲਬ ਉਹ ਰੋਕਣ ਦੀ ਕੋਸ਼ਿਸ਼ ਕਰਦੀ ਹੈ। ਠੀਕ ਹੈ ਜੀ। ਐਵੇਂ ਜਦੋਂ ਮੋਸ਼ਨ ਦੀ ਗੱਲ ਕਰਾਂਗੇ, ਇਨਰਸ਼ੀਆ ਆਫ ਮੋਸ਼ਨ ਦੀ ਗੱਲ ਕਰਾਂਗੇ, ਤਾਂ ਜਿਹੜਾ ਮੋਸ਼ਨ ਦੇ ਵਿੱਚ ਓਬਜੈਕਟ ਹੈ ਉਹ ਕੰਟੀਨਿਊਸਲੀ ਮੂਵ ਕਰਦਾ ਰਹੂ ਇੱਕ ਕੌਨਸਟੈਂਟ ਵੈਲੋਸਿਟੀ ਦੇ ਨਾਲ, ਇੱਕ ਸਟ੍ਰੇਟ ਲਾਈਨ ਦੇ ਨਾਲ, ਜਦੋਂ ਤੱਕ ਉਹਦੇ ਉੱਪਰ ਕੀ ਅਪਲਾਈ ਨਹੀਂ ਹੁੰਦੀ, ਐਕਸਟਰਨਲ ਫੋਰਸ। ਠੀਕ ਹੈ ਜੀ। ਜਿਵੇਂ ਹੋਕੀ ਨਾਲ ਖੇਲਦੇ ਹਾਂ, ਆਈਸ ਹੋਕੀ, ਹੈ ਨਾ, ਤਾਂ ਇਹਦੇ ਨਾਲ ਕੀ ਆਪਾਂ ਫ੍ਰਿਕਸ਼ਨ ਕ੍ਰੀਏਟ ਹੋ ਜਾਂਦੀ ਹੈ ਔਰ ਜਿਹੜੀ ਫੋਰਸ ਹੈ ਉਹਨੂੰ ਕੀ ਕਰ ਦਿੰਦੀ ਹੈ, ਸਲੋ ਡਾਊਨ। ਮਤਲਬ ਇਹ ਮੇਨਲੀ ਇੱਕ ਫਿਜ਼ਿਕਸ ਦਾ ਫਿਨੋਮੀਨਾ ਹੈ ਜਿਹਦੇ ਵਿੱਚ ਕੀ ਹੈ, ਕੋਈ ਵੀ ਚੀਜ਼ ਅਗਰ ਰੈਸਟ 'ਤੇ ਹੈ ਤਾਂ ਰੈਸਟ 'ਤੇ ਰਹੂਗੀ, ਮੋਸ਼ਨ ਦੇ ਵਿੱਚ ਹੈ ਤਾਂ ਮੋਸ਼ਨ ਦੇ ਵਿੱਚ ਰਹੂਗੀ। ਅਗਰ ਰੈਸਟ ਦੇ ਵਿੱਚ ਹੈ ਤਾਂ ਮਤਲਬ ਜਿੰਨੇ ਤੱਕ ਆਪਾਂ ਐਕਸਟਰਨਲ ਫੋਰਸ ਨਹੀਂ ਅਪਲਾਈ ਕਰਦੇ ਉਹ ਮੋਸ਼ਨ 'ਚ ਨਹੀਂ ਆਉਂਦੀ। ਸਿਮਿਲਰਲੀ ਜਿਹੜੀ ਚੀਜ਼ ਮੋਸ਼ਨ ਦੇ ਵਿੱਚ ਜਿੰਨੇ ਤੱਕ ਐਕਸਟਰਨਲ ਫੋਰਸ ਨਹੀਂ ਅਪਲਾਈ ਕਰਦੇ ਉਹ ਚੀਜ਼ ਨਹੀਂ ਰੁਕਦੀ। ਕਲੀਅਰ ਹੋਇਆ ਜੀ ਤੁਹਾਨੂੰ। ਨੈਕਸਟ ਗੱਲ ਕਰਾਂਗੇ ਸੈਕਿੰਡ ਲਾ ਆਫ ਮੋਸ਼ਨ ਦੀ। ਸੈਕਿੰਡ ਲਾ ਆਫ ਮੋਸ਼ਨ ਕੀ ਕਹਿੰਦਾ, ਕਹਿੰਦਾ ਰੇਟ ਆਫ ਚੇਂਜ ਆਫ ਮੋਮੈਂਟਮ ਕਿਸੇ ਵੀ ਆਬਜੈਕਟ ਦਾ, ਇਹ ਰੋ ਦੇ ਨਾਲ ਡੋਨੇਟ ਕਰਦੇ ਨੇ, ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਕਿਸ ਦੇ, ਜਿਹੜੀ ਉਸਦੇ ਉੱਪਰ ਨੈਟ ਫੋਰਸ ਲੱਗੀ ਗਈ ਹੈ। ਠੀਕ ਹੈ, ਜੋ ਉਸਦੇ ਉੱਪਰ ਫੋਰਸ ਅਪਲਾਈ ਕੀਤੀ ਗਈ ਹੈ ਐਂਡ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ। ਇਹਨੂੰ ਮੈਥੇਮੈਟਿਕਲੀ ਕਿਵੇਂ ਲਿਖਦੇ ਆ, F ਇਜ਼ ਇਕੁਅਲ ਟੂ M A। M ਕੀ ਹੁੰਦਾ, ਮਾਸ, A ਕੀ ਹੁੰਦੀ ਆਪਣੇ ਕੋਲ ਐਕਸਲੇਸ਼ਨ। ਠੀਕ ਹੈ ਜੀ। ਇਹ ਮਤਲਬ ਇਹਦੇ ਵਿੱਚ ਕੀ ਹੈ, ਇਹਦੀ ਐਕਸਪਲੇਨੇਸ਼ਨ ਵੀ ਹੁੰਦੀ ਹੈ। ਇਹ ਕੀ ਦੱਸਣਾ ਚਾਹੁੰਦੇ, ਕਹਿੰਦੇ ਫੋਰਸ ਜਿਹੜੀ ਓਬਜੈਕਟ 'ਤੇ ਲਗਾਈ ਗਈ ਹੈ ਉਹ ਕਿਸ ਦੇ ਡਾਇਰੈਕਟਲੀ ਪ੍ਰਪੋਰਸ਼ਨਲ ਹੈ, ਮਾਸ 'ਤੇ ਵੀ ਐਕਸਲੇਸ਼ਨ 'ਤੇ ਵੀ, ਦੋਨਾਂ ਦੇ। ਜੇ ਮਾਸ ਵਧੂਗਾ ਤਾਂ ਵੀ ਫੋਰਸ ਵਧ ਰਹੀ ਹੈ, ਐਕਸਲੇਸ਼ਨ ਵਧੂਗੀ ਤਾਂ ਵੀ ਫੋਰਸ ਵਧ ਰਹੀ ਹੈ। ਠੀਕ ਹੈ ਜੀ। ਕਲੀਅਰ। ਸੈਕਿੰਡ ਲਾ ਨਾਲ ਆਪਾਂ ਵੈਲਿਊ ਵੀ ਕੈਲਕੂਲੇਟ ਕਰ ਸਕਦੇ ਹਾਂ। ਠੀਕ ਹੈ, ਕਹਿੰਦੇ ਫੋਰਸ ਨੂੰ ਕੀ ਹੈ, ਇੱਕ ਸਪੈਸੀਫਿਕ ਐਕਸਲੇਸ਼ਨ ਦੀ ਜ਼ਰੂਰਤ ਹੁੰਦੀ ਹੈ ਇੱਕ ਓਬਜੈਕਟ 'ਤੇ। ਕਲੀਅਰ। ਤਾਂ ਅਗਰ ਆਪਾਂ ਫੋਰਸ 1 ਯੂਨਿਟ ਲਗਾ ਰਹੇ ਹਾਂ ਜਿਹਦੇ ਵਿੱਚ ਮਾਸ ਕਿੰਨਾ ਆਪਣੇ ਕੋਲ 1 kg ਹੈ ਐਂਡ ਐਕਸਲੇਸ਼ਨ 1 ਮੀਟਰ ਪਰ ਸੈਕਿੰਡ ਸਕੁਅਰ ਹੈ, ਤਾਂ ਫੋਰਸ ਕਿੰਨੀ ਹੋ ਜੂਗੀ ਆਪਣੇ ਕੋਲ 1 ਯੂਨਿਟ ਹੋ ਜੂਗੀ। ਠੀਕ ਹੈ, ਮਤਲਬ ਮੈਂ ਵੈਲਿਊ ਪੁੱਟ ਕਰਤੀ ਫੋਰਸ ਲਈ। ਕਲੀਅਰ। ਉਸਨੂੰ ਆਪਾਂ ਕੀ ਕਹਿ ਦਿੰਦੇ ਹਾਂ, ਸੈਕਿੰਡ ਲਾ ਆਫ ਫੋਰਸ ਕਹਿ ਦਿੰਦੇ ਹਾਂ। ਆਈ ਹੋਪ ਇਹ ਵੀ ਸਮਝ ਆਇਆ ਹੋਣਾ, ਹੈ ਨਾ। ਨੈਕਸਟ ਅਗਰ ਗੱਲ ਕਰੀਏ ਅੱਜ, ਠੀਕ ਹੈ ਜੀ, ਤਾਂ ਸੈਕਿੰਡ ਲਾ ਹੋ ਗਿਆ, ਥਰਡ ਲਾ ਵੀ ਦੇਖ ਲਓ। ਆਈ ਹੋਪ ਸੈਕਿੰਡ ਲਾ ਕਲੀਅਰ ਹੋ ਚੁੱਕਿਆ। ਠੀਕ ਹੈ ਜੀ, ਕਿ ਆਪਾਂ ਨੂੰ ਕੀ ਦੱਸਿਆ ਗਿਆ, ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲੇਸ਼ਨ। ਇਹਦੀ ਵੈਸੇ ਡੈਰੀਵੇਸ਼ਨ ਹੁੰਦੀ ਹੈ ਜਿਹਦੇ ਵਿੱਚ ਆਪਾਂ ਡਾਇਰੈਕਟਲੀ ਪ੍ਰਪੋਰਸ਼ਨਲ ਸਾਈਨ ਹਟਾ ਕੇ ਕੌਨਸਟੈਂਟ ਲੈਂਦੇ ਹਾਂ, ਫਿਰ ਉਹਦੀ ਵੈਲਿਊ ਪੁੱਟ ਕਰਦੇ ਹਾਂ, ਬਟ ਆਪਾਂ ਨੂੰ ਇੰਨੀ ਜ਼ਰੂਰਤ ਹੈ ਨਹੀਂ। ਠੀਕ ਹੈ ਜੀ। ਨੈਕਸਟ ਆਪਾਂ ਗੱਲ ਕਰਦੇ ਹਾਂ ਥਰਡ ਲਾ ਆਫ ਮੋਸ਼ਨ। ਨਿਊਟਨਸ ਥਰਡ ਲਾ ਕੀ ਕਹਿੰਦਾ ਆਪਾਂ ਨੂੰ, ਕੀ ਸਟੇਟ ਕਰਦਾ ਹੈ ਕਿ ਦੇਅਰ ਇਜ਼ ਐਨ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਠੀਕ ਹੈ ਜੀ, ਕਿ ਹਰ ਐਕਸ਼ਨ ਦਾ ਕੀ ਹੁੰਦਾ, ਇੱਕ ਇਕੁਅਲ ਅਤੇ ਓਪੋਜ਼ਿਟ ਰਿਐਕਸ਼ਨ ਹੁੰਦਾ ਜੋ ਵੀ ਆਪਾਂ ਐਕਟ ਕਰਦੇ ਹਾਂ। ਠੀਕ ਹੈ, ਜਦੋਂ ਦੋ ਬੋਡੀਜ਼ ਇੰਟਰੈਕਟ ਕਰਦੀਆਂ ਨੇ ਨਾ ਆਪਸ ਦੇ ਵਿੱਚ, ਫੋਰਸ ਅਪਲਾਈ ਕਰਦੀਆਂ ਨੇ ਇੱਕ ਦੂਜੇ ਦੇ, ਤਾਂ ਉਹਨਾਂ ਦਾ ਮੈਗਨੀਟਿਊਡ ਇਕੁਅਲ ਹੁੰਦਾ। ਮੈਗਨੀਟਿਊਡ ਕੀ ਹੁੰਦਾ, ਇਕੁਅਲ, ਬਟ ਉਹਨਾਂ ਦੀ ਡਾਇਰੈਕਸ਼ਨ ਕੀ ਹੋ ਜਾਂਦੀ ਹੈ, ਓਪੋਜ਼ਿਟ। ਜਿਵੇਂ ਹੁਣ ਆ ਫੁੱਟਬਾਲ ਹੈ ਨਾ,
ਇਹਦੇ 'ਤੇ ਜਦੋਂ ਆਪਾਂ ਕਿੱਕ ਕਰਾਂਗੇ, ਠੀਕ ਹੈ, ਇਹਦੇ 'ਤੇ ਐਕਸ਼ਨ ਲੱਗ ਰਿਹਾ, ਇਹਦੇ 'ਤੇ ਕਿੱਕ ਕਰਨਾ, ਬਟ ਜਾਊਗੀ ਉਸ ਸਾਈਡ, ਰਿਐਕਸ਼ਨ ਉਸ ਸਾਈਡ ਹੋ ਰਹੀ ਹੈ, ਇੱਕ ਦੂਜੇ ਤੋਂ ਓਪੋਜ਼ਿਟ। ਜਦੋਂ ਇਹਨੇ ਕਿੱਕ ਕੀਤੀ ਤਾਂ ਬੰਦਾ ਹਲਕਾ ਜਿਹਾ ਪਿੱਛੇ, ਜਦੋਂ ਬੋਲ ਕੈਚ ਕਰਦੇ ਆ ਉਦੋਂ ਵੀ ਹੱਥ ਹਲਕਾ ਜਿਹਾ ਪਿੱਛੇ ਜਾਂਦਾ, ਠੀਕ ਹੈ ਜੀ। ਇਹ ਉਹੀ ਚੀਜ਼ ਹੈ। ਕਲੀਅਰ। ਥਰਡ ਲਾ ਕੀ ਹੈ, ਅਗਰ ਆਪਾਂ ਗੱਲ ਕਰੀਏ, ਇਹ ਮੇਨਲੀ ਕਿਸ 'ਤੇ ਡਿਪੈਂਡ ਕਰਦਾ ਹੈ? ਮੋਮੈਂਟਮ 'ਤੇ। ਮੋਮੈਂਟਮ ਇੱਕ ਕੀ ਹੈ? ਇੱਕ ਪ੍ਰੋਪਰਟੀ ਹੈ ਕਿਸ ਦੀ? ਮੂਵਿੰਗ ਓਬਜੈਕਟ ਦੀ, ਜੋ ਕਿਸ 'ਤੇ ਡਿਪੈਂਡ ਕਰਦੀ ਹੈ? ਉਹਨਾਂ ਦੇ ਮਾਸ 'ਤੇ, ਵਿਲੋਸਿਟੀ 'ਤੇ ਡਿਪੈਂਡ ਕਰਦੀ ਹੈ, ਠੀਕ ਹੈ ਜੀ। ਤਾਂ ਅਕੋਰਡਿੰਗ ਟੂ ਨਿਊਟਨਸ ਥਰਡ ਲਾ, ਟੋਟਲ ਮੋਮੈਂਟਮ ਹੈ ਕਿਸੇ ਵੀ ਆਈਸੋਲੇਟਡ ਸਿਸਟਮ ਦਾ, ਉਹ ਕੀ ਰਹਿੰਦਾ? ਹਮੇਸ਼ਾ ਕੌਨਸਟੈਂਟ ਰਹਿੰਦਾ, ਇਹਦੇ 'ਚ ਚੇਂਜ ਨਹੀਂ ਆਉਂਦਾ, ਠੀਕ ਹੈ। ਕਿ ਟੋਟਲ ਮੋਮੈਂਟਮ ਹਮੇਸ਼ਾ ਕੀ ਰਹੂਗਾ? ਸੇਮ ਰਹੂਗਾ, ਉਹਦੇ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਊਗਾ। ਕਲੀਅਰ। ਆਈ ਹੋਪ ਤੁਹਾਨੂੰ, ਜਿਵੇਂ ਹੁਣ ਆਪਾਂ ਸਵਿਮਿੰਗ ਕਰਦੇ ਹਾਂ ਤਾਂ ਆਪਾਂ ਪਾਣੀ ਨੂੰ ਪਿੱਛੇ ਨੂੰ ਧਕੇਲਦੇ ਹਾਂ ਅੱਗੇ ਜਾਣ ਦੇ ਲਈ, ਪਾਣੀ ਨੂੰ ਪਿੱਛੇ ਧਕੇਲਦੇ ਹਾਂ ਅੱਗੇ ਜਾਣ ਦੇ ਲਈ। ਤਾਂ ਇਹ ਕੀ ਹੋ ਗਿਆ? ਇਕੁਅਲ ਅਤੇ ਓਪੋਜ਼ਿਟ ਫੋਰਸ ਹੋ ਗਈ ਜੋ ਜਨਰੇਟ ਹੋਈ ਹੈ, ਜਿਹਦੇ ਕਰਕੇ ਆਪਾਂ ਫੋਰਵਰਡ ਮੂਵਮੈਂਟ ਕਰ ਰਹੇ ਹਾਂ, ਮੋਸ਼ਨ ਸ਼ੋ ਕਰ ਰਹੇ ਹਾਂ, ਠੀਕ ਹੈ ਜੀ। ਕਲੀਅਰ। ਆਈ ਹੋਪ ਤੁਹਾਨੂੰ ਨਿਊਟਨ ਦੇ ਤਿੰਨੋਂ ਲਾ ਕਲੀਅਰ ਹੋ ਗਏ। ਨੈਕਸਟ ਆਪਾਂ ਗੱਲ ਕਰਦੇ ਹਾਂ, ਲਾਸਟ ਟੋਪਿਕ ਹੈ ਇਸਦਾ, ਕੰਜ਼ਰਵੇਸ਼ਨ ਆਫ ਮੋਮੈਂਟਮ। ਦੇਖੋ, ਪਹਿਲੀ ਗੱਲ, ਮੋਮੈਂਟਮ ਮੈਂ ਤੁਹਾਨੂੰ ਨਾਲ ਦੱਸਿਆ ਨੇ, ਇੱਕ ਵੈਕਟਰ ਕੁਆਂਟਿਟੀ ਹੈ ਜੋ ਡਾਇਰੈਕਸ਼ਨ 'ਤੇ ਡਿਪੈਂਡ ਕਰਦੀ ਹੈ ਮੈਗਨੀਟਿਊਡ ਦੇ ਨਾਲ, ਠੀਕ ਹੈ। ਮੋਮੈਂਟਮ ਕੀ ਹੁੰਦਾ? ਮਾਸ ਇਨਟੂ ਵਿਲੋਸਿਟੀ। ਕਲੀਅਰ। ਤਾਂ ਦੇਖੋ, ਮੋਮੈਂਟਮ ਆਪਾਂ ਨੂੰ ਪਤਾ ਲੱਗ ਗਿਆ। ਮੋਮੈਂਟਮ ਦੇ ਵਿੱਚ ਕੀ ਹੈ? ਕੋਈ ਵੀ ਐਕਸਟਰਨਲ ਫੋਰਸ ਆਪਾਂ ਅਪਲਾਈ ਨਹੀਂ ਕਰਦੇ, ਆਪਾਂ ਜੇ ਨਾ ਅਪਲਾਈ ਕਰੀਏ ਉਹ ਆਪਣੀ ਸਟੇਟ ਚੇਂਜ ਨਹੀਂ ਕਰਦਾ, ਉਹ ਉੱਥੇ ਹੀ ਰਹੂਗਾ, ਹੈ ਨਾ। ਤਾਂ ਇਹਦੇ ਵਿੱਚ ਕੀ ਸੀ? ਇਹ ਨਿਊਟਨ ਦੇ ਜਿਹੜਾ ਕੰਜ਼ਰਵੇਸ਼ਨ ਆਫ ਮੋਮੈਂਟਮ ਹੈ, ਇਹ ਮੇਨਲੀ ਨਿਊਟਨ ਦੇ ਸੈਕਿੰਡ ਲਾ 'ਤੇ ਬੇਸਡ ਹੈ, ਜੋ ਕੀ ਕਹਿੰਦਾ? ਫੋਰਸ ਇਜ਼ ਇਕੁਅਲ ਟੂ ਮਾਸ ਇਨਟੂ ਐਕਸਲੇਸ਼ਨ। ਕਲੀਅਰ। ਜੋ ਇੱਕ ਕਹਿੰਦਾ ਟੋਟਲ ਇੱਕ ਹੋਰ ਕੀ ਕਿਹਾ ਸੀ ਉਹਨੇ? ਕਿ ਟੋਟਲ ਮੋਮੈਂਟਮ ਕੀ ਰਹੂਗਾ? ਕੰਜ਼ਰਵ ਰਹੂਗਾ, ਉਹ ਚੇਂਜ ਨਹੀਂ ਹੋਊਗਾ। ਜਿਵੇਂ ਆ ਕੋਈ ਫੁੱਟਬਾਲ ਹੈ, ਇਹਦੇ m1 ਮਾਸ ਹੈ ਅਤੇ u1 ਵਿਲੋਸਿਟੀ। ਇੱਧਰੋਂ ਇੱਕ ਅਨਦਰ ਬਾਲ ਹੈ ਜਿਹਦਾ ਮਾਸ m2 ਹੈ, ਉਹਦੀ ਵਿਲੋਸਿਟੀ ਕਿੰਨੀ ਹੈ? u2, ਠੀਕ ਹੈ ਜੀ। ਤਾਂ ਜਦੋਂ ਇਹ ਆਪਸ ਦੇ ਵਿੱਚ ਟਕਰਾਈਆਂ ਆਫਟਰ 2 or 3 ਸੈਕਿੰਡ, ਤਾਂ ਅਗਰ ਹੁਣ ਕੋਈ ਬਾਲ ਹੈ, ਇੱਕ ਐਨਰਜੀ ਟਰਾਂਸਫਰ ਕਰਦੀ ਹੈ ਦੂਸਰੀ, ਤਾਂ ਇਹਨਾਂ ਦੀ ਇੱਕ ਨਵੀਂ ਵਿਲੋਸਿਟੀ ਬਣ ਜੂਗੀ, ਠੀਕ ਹੈ, ਲੀਨੀਅਰ ਮੋਮੈਂਟਮ ਦੇ ਵਿੱਚ। ਹੁਣ ਦੇਖੋ, ਇਹਨਾਂ ਦੀ ਬਣ ਜੂਗੀ ਨਵੀਂ ਵਿਲੋਸਿਟੀ ਬਣ ਜਾਣਗੇ v1 v2, ਉਹ ਹੁੰਦੀ ਹੈ ਫਾਈਨਲ ਵਿਲੋਸਿਟੀ ਟਕਰਾਉਣ ਤੋਂ ਬਾਅਦ। ਤਾਂ ਦੇਖੋ, ਜਿਹੜੀ ਲੀਨੀਅਰ ਮੋਮੈਂਟਮ ਹੈ, ਬੋਲਿੰਗ ਮੰਨ ਲਓ ਕਿ m1 ਦਾ ਮਾਸ ਗ੍ਰੇਟਰ ਹੈ m2 ਨਾਲੋਂ, m1 ਦਾ ਮਾਸ ਕੀ ਹੈ? ਗ੍ਰੇਟਰ ਹੈ m2 ਨਾਲੋਂ। ਕਲੀਅਰ। ਤਾਂ ਜਿਹੜਾ ਮੋਮੈਂਟਮ ਹੈ ਫੁੱਟਬਾਲ ਦਾ, ਉਹ ਇਕੁਅਲ ਹੋਣਾ ਚਾਹੀਦਾ, ਤਾਂ ਕਿ ਜਿਹੜੀ ਬੋਲਿੰਗ ਬਾਲ ਹੈ, ਇੱਕ ਫੁੱਟਬਾਲ ਹੈ, ਇੱਕ ਬੋਲਿੰਗ ਬਾਲ ਹੈ, ਐਵੇਂ ਲਗਾ ਲਓ। ਤਾਂ ਅਕੋਰਡਿੰਗ ਟੂ ਲਾ ਆਫ ਕੰਜ਼ਰਵੇਸ਼ਨ, ਜਿਹੜੀ ਫੁੱਟਬਾਲ ਹੈ ਉਹਦੇ ਕੋਲ ਕੋਈ ਹੋਰ ਓਪਸ਼ਨ ਨਹੀਂ ਹੈਗੀ, ਉਹ ਕੀ ਕਰ ਜੂਗੀ? ਹਲਕੀ ਜੀ ਮੂਵ ਕਰ ਜੂਗੀ, ਠੀਕ ਹੈ, ਉਹ ਕੀ ਕਰ ਜੂਗੀ? ਹਲਕੀ ਜੀ ਮੂਵ ਕਰ ਜੂਗੀ। ਹੁਣ ਇਹ ਮੰਨ ਲਓ ਫੁੱਟਬਾਲ ਹੈ, ਮੈਂ ਤੁਹਾਨੂੰ ਦੁਬਾਰਾ ਦੱਸ ਦਿੰਦੀ, ਐਂਡ ਇਹ ਆਪਣੇ ਕੋਲ ਕੀ ਹੈ? ਬੋਲਿੰਗ ਬਾਲ, ਠੀਕ ਹੈ ਜੀ। ਹੁਣ ਆਪਾਂ ਨੂੰ ਪਤਾ ਹੈ ਆਪਣੇ ਕੋਲ ਜਿਹੜੀ ਬੋਲਿੰਗ ਆਪਣੇ ਕੋਲ ਬਾਲ ਹੈ, ਇਹ ਮੈਂ ਕੀ ਲਿੱਤੀ ਹੈ? ਹੈਵੀਅਰ ਲਿੱਤੀ ਹੈ। m1 ਕੀ ਲਿੱਤਾ ਹੈ? ਗ੍ਰੇਟਰ ਲਿੱਤਾ ਹੈ। ਤਾਂ ਟਕਰਾਉਣ ਤੋਂ ਬਾਅਦ ਕੀ ਹੋ ਜਾਂਦੀ ਹੈ? ਚੇਂਜ ਹੋ ਗਿਆ। ਤਾਂ ਕੀ ਹੈ? ਮੈਥੇਮੈਟੀਕਲ ਕੀ ਬਣਿਆ? ਪਹਿਲਾਂ ਕੀ ਸੀ? m1 u1, m1 ਮਾਸ ਫਸਟ ਦਾ ਅਤੇ ਨਾਲ ਉਹਦੀ ਇਨੀਸ਼ੀਅਲ ਵਿਲੋਸਿਟੀ, ਐਵੇਂ ਸੈਕਿੰਡ ਦੀ, ਅਤੇ ਜਦੋਂ ਟਕਰਾਉਣ ਤੋਂ ਬਾਅਦ ਉਹਨਾਂ ਦੀ ਫਾਈਨਲ ਵਿਲੋਸਿਟੀ ਇੱਦਾਂ ਬਣ ਗਈ, ਠੀਕ ਹੈ ਜੀ। ਹਮੇਸ਼ਾ ਯਾਦ ਰੱਖਿਓ, m1 u1 ਕਦੀ ਵੀ m1 v1 ਦੇ ਇਹ ਆਪਸ ਦੇ ਵਿੱਚ ਇਕੁਅਲ ਨਹੀਂ ਹੈਗੇ, ਕਿਉਂਕਿ ਇਹ ਤਾਂ ਹੋ ਗਈ ਇਨੀਸ਼ੀਅਲ ਵਿਲੋਸਿਟੀ ਔਰ ਇਹ ਹੋ ਗਈ ਆਪਣੇ ਕੋਲ ਫਾਈਨਲ ਵਿਲੋਸਿਟੀ।
ਇਹ ਮਾਸ ਕਿਹਦਾ ਬੋਲਿੰਗ ਬੋਲ ਦਾ, ਇਹ ਮਾਸ ਕਿਹਦਾ ਸੌਰੀ M2 ਕਿਹਦਾ ਮਾਸ ਹੈ ਫੁੱਟਬਾਲ ਦਾ। ਕਲੀਅਰ, ਠੀਕ ਹੈ ਜੀ। ਤਾਂ ਇੱਦਾਂ ਕੀ ਬਣ ਜਾਂਦਾ ਇਹਨਾਂ ਦੀ ਇੱਕ ਇਕੁਏਸ਼ਨਸ ਬਣ ਜਾਂਦੀਆਂ ਨੇ। ਕਲੀਅਰ, ਮੋਮੈਂਟਮ ਹਰ ਪਾਰਟੀਕਲ ਦਾ ਚੇਂਜ ਹੁੰਦਾ ਇਹਨਾਂ ਦਾ, ਕਿਉਂਕਿ ਹੈਡ ਟੂ ਹੈਡ ਫੁੱਟਬਾਲਸ ਕੀ ਨੇ ਆਪਸ ਦੇ ਵਿੱਚ ਬੋਲਸ ਸਟਰਾਈਕ ਹੋਈਆਂ ਨੇ। ਜਿਵੇਂ ਹੈਡ ਟੂ ਹੈਡ ਕਾਰ ਐਕਸੀਡੈਂਟ ਹੋ ਗਿਆ, ਉਹਦੇ ਵਿੱਚ ਵੀ ਇੱਕ ਦਾ ਮੋਮੈਂਟਮ ਦੂਸਰੇ ਦੇ ਵਿੱਚ ਕੀ ਹੋ ਜਾਂਦਾ ਟਰਾਂਸਫਰ ਹੋ ਜਾਂਦਾ। ਆਈ ਹੋਪ ਤੁਸੀਂ ਸਮਝ ਰਹੇ ਹੋਵੋਗੇ। ਠੀਕ ਹੈ ਜੀ। ਜਿਵੇਂ ਰੋਕੇਟ ਚੱਲਦਾ, ਜਦੋਂ ਰੋਕੇਟ ਜਾਂਦਾ ਸਪੇਸ ਵੱਲ ਤਾਂ ਉਹ ਨੀਚੇ ਕੀ ਹੁੰਦਾ ਕਾਫੀ ਸਾਰੀ ਗੈਸਿਸ ਰਿਲੀਜ਼ ਕਰਦਾ ਓਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਵਿਦ ਸੇਮ ਮੋਮੈਂਟਮ ਦੇ ਨਾਲ, ਤਾਂ ਉਹ ਹਾਈ ਸਪੀਡ ਦੇ ਨਾਲ ਉੱਪਰ ਨੂੰ ਕੀ ਹੈ ਮੂਵ ਕਰ ਜਾਂਦਾ। ਆਈ ਹੋਪ ਕਲੀਅਰ ਹੋ ਚੁੱਕਿਆ। ਅਗਰ ਕੋਈ ਡਾਊਟ ਹੋਇਆ ਇਸ ਟੌਪਿਕ ਦੇ ਵਿੱਚ ਤਾਂ ਆਪਾਂ ਨੈਕਸਟ ਕਲਾਸ ਦੇ ਵਿੱਚ ਡਿਸਕਸ ਕਰ ਲਾਂਗੇ। ਠੀਕ ਹੈ ਜੀ। ਐਂਡ ਵੀਡੀਓ ਅੱਛੀ ਲੱਗੀ ਹੈ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟਸ 'ਚ ਦੱਸਿਓ। ਅਗਰ ਕੋਈ ਡਾਊਟ ਹੋਇਆ ਮੈਂ ਦੁਬਾਰਾ ਕਰਵਾ ਦੂੰਗੀ, ਨੋ ਵਰੀਜ਼। ਐਂਡ ਥੈਂਕ ਯੂ ਸੋ ਮਚ।